Hello students, beta today I am going to discuss about the numericals based on grouping of cells. ਬੇਟਾ ਆਪਾਂ ਅਰਲੀਅਰ ਲੈਕਚਰ ਦੇ ਵਿੱਚ ਆਇਡੈਂਟੀਕਲ ਔਰ ਅਨਆਇਡੈਂਟੀਕਲ ਸੈਲਸ ਦੀ ਬੇਟੇ ਗਰੁੱਪਿੰਗ ਕੀਤੀ ਸੀ। ਹੁਣ ਉਸ ਦੇ ਬੇਸਡ ਆਪਾਂ ਅੱਜ ਨੂਮੈਰੀਕਲਸ ਨੂੰ ਡਿਸਕਸ ਕਰਾਂਗੇ। ਤਾਂ ਫਸਟ ਨੂਮੈਰੀਕਲ ਕੀ ਹੈ ਰਾਜੇ, ਇਨ ਦ ਸਟੇਟਮੈਂਟ ਕੀ ਆਪਾਂ ਨੂੰ ਦੱਸ ਰਿਹਾ, ਕਹਿੰਦਾ ਫਾਈਂਡ ਕਰਨਾ ਰਾਜੇ ਟੋਟਲ EMF ਔਰ ਟੋਟਲ ਇੰਟਰਨਲ ਰੈਜ਼ਿਸਟੈਂਸ ਆਫ ਦ ਗਰੁੱਪਸ ਆਫ ਸੈਲ ਐਜ਼ ਸ਼ੋਨ ਇਨ ਦ ਬਿਲੋ। ਬੇਟੇ ਉਸਨੇ ਕੀ ਕਿਹਾ ਕਿ ਆਪਾਂ ਇਸ ਕੇਸ ਦੇ ਵਿੱਚ ਆਪਾਂ ਨੂੰ ਇੱਕ ਫਿਗਰ ਪ੍ਰੋਵਾਈਡ ਕੀਤੀ ਹੈ ਜਿਸ ਦੇ ਵਿੱਚ 3 ਸੈਲਸ ਨੇ ਬੇਟੇ, ਉਹ ਕਨੈਕਟ ਕੀਤੇ ਗਏ ਨੇ। ਉਹਨਾਂ ਦਾ ਆਪਾਂ ਟੋਟਲ EMF ਔਰ ਇੰਟਰਨਲ ਰੈਜ਼ਿਸਟੈਂਸ ਹੈ ਜਿਹੜੀ ਟੋਟਲ ਉਸ ਨੂੰ ਫਾਈਂਡ ਆਊਟ ਕਰਨਾ ਹੈ। ਤਾਂ ਬੇਟੇ ਹੁਣ ਆਪਾਂ ਗਰੁੱਪਿੰਗ ਕੀਤੀ ਸੀ ਸੈਲਸ ਦੀ, ਉਹਨਾਂ ਦੇ ਆਪਾਂ ਡਿਫਰੈਂਟ ਫਾਰਮੂਲਾਜ਼ ਕੀਤੇ ਸੀਗੇ। ਸਭ ਤੋਂ ਪਹਿਲਾਂ ਬੇਟੇ ਇੱਕ ਦੇਖਣ ਵਾਲੀ ਚੀਜ਼, ਬੇਟਾ ਜਦੋਂ ਵੀ ਆਪਾਂ ਗਰੁੱਪਿੰਗ ਕਰਦੇ ਹਾਂ ਤਾਂ ਉਹ 2 ਟਾਈਪਸ ਦੇ ਨਾਲ ਹੁੰਦੀ ਹੈ। ਇੱਕ ਹੁੰਦਾ ਸੀਰੀਜ਼, ਇੱਕ ਹੁੰਦਾ ਪੈਰਲਲ। ਤਾਂ ਬੇਟੇ ਅਗਰ ਤੁਸੀਂ ਇਸ ਫਿਗਰ ਨੂੰ ਦੇਖਦੇ ਹੋ ਤਾਂ ਤੁਹਾਨੂੰ ਤਿੰਨੋਂ ਸੈਲਸ ਕੀ ਨੇ ਬੇਟਾ, ਪੈਰਲਲ ਦੇ ਵਿੱਚ ਲੱਗਦੇ ਨੇ। ਬਟ ਅਗਰ ਤੁਸੀਂ ਇਸ ਨੂੰ ਧਿਆਨ ਨਾਲ ਦੇਖੋ ਤਾਂ ਬੇਟਾ ਪੋਜ਼ਿਟਿਵ ਨੈਗੇਟਿਵ ਦੇ ਨਾਲ, ਨੈਗੇਟਿਵ ਪੋਜ਼ਿਟਿਵ ਦੇ ਨਾਲ, ਤਾਂ ਤਿੰਨੋਂ ਸੈਲਸ ਕੀ ਨੇ ਬੇਟੇ, ਸੀਰੀਜ਼ ਦੇ ਵਿੱਚ ਨੇ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਬੇਟੇ, ਸੀਰੀਜ਼ ਦੇ ਵਿੱਚ ਕੀ ਹੁੰਦਾ, ਇੱਕ ਦਾ ਪੋਜ਼ਿਟਿਵ ਦੂਜੇ ਦੇ ਨੈਗੇਟਿਵ ਦੇ ਨਾਲ ਅਟੈਚ ਹੁੰਦਾ ਹੈ। ਠੀਕ ਹੈ ਜੀ। ਤਾਂ ਹੁਣ ਆਪਾਂ ਦੱਸਿਆ ਕਿ ਜੋ ਸੈਲਸ ਨੇ ਉਹ ਕਨੈਕਟ ਨੇ ਸੀਰੀਜ਼ ਦੇ ਵਿੱਚ। ਨੰਬਰ ਆਫ ਸੈਲਸ ਕਿੰਨੇ ਨੇ ਬੇਟੇ ਸਾਡੇ, n = 3 ਨੇ। ਐਪਸਿਲਨ EMF ਆਪਾਂ ਨੂੰ ਕਿੰਨਾ ਦਿੱਤਾ ਹੋਇਆ ਰਾਜੇ, 2 ਵੋਲਟ। ਇੰਟਰਨਲ ਰੈਜ਼ਿਸਟੈਂਸ ਕਿੰਨੀ ਦਿੱਤੀ ਹੋਈ ਹੈ, 0.1 ਦਿੱਤੀ ਹੋਈ ਹੈ। ਤਾਂ ਇਟ ਮੀਨਸ ਇਹ ਆਇਡੈਂਟੀਕਲ ਸੈਲਸ ਨੇ ਜਿਨ੍ਹਾਂ ਨੂੰ ਆਪਾਂ ਸੀਰੀਜ਼ ਦੇ ਵਿੱਚ ਅਟੈਚ ਕੀਤਾ। ਫਾਈਂਡ ਕੀ ਕਰਨਾ ਬੇਟੇ, EMF ਔਰ ਇੰਟਰਨਲ ਰੈਜ਼ਿਸਟੈਂਸ। ਤਾਂ ਹੁਣ ਆਪਾਂ ਦੇਖੋ EMF ਕੀ ਹੋਇਆ ਬੇਟੇ, ਸਿੰਪਲ ਆਪਾਂ ਨੂੰ ਪਤਾ ਹੈ n × ਐਪਸਿਲਨ, ਕਿਉਂਕਿ ਆਪਾਂ ਕਿਹਾ ਸੀਗਾ ਕਿ ਇਕੁਇਵਲੈਂਟ EMF ਕਿਹਦੇ ਹੋਊਗਾ ਬੇਟੇ, ਜਿੰਨੇ ਵੀ ਸਾਡੇ ਕੋਲ ਨੰਬਰ ਆਫ ਸੈਲਸ ਨੇ ਉਹਨਾਂ ਦੇ EMF ਨਾਲ ਕੀ ਕਰ ਦਿਓ, ਮਲਟੀਪਲਾਈ ਕਰ ਦਿਓ। n ਕੀ ਹੈ ਰਾਜੇ, 3 ਹੈ, EMF ਕਿੰਨਾ 2 ਹੈ, ਤੇ ਸਾਡੇ ਕੋਲ ਆ ਗਿਆ 6 ਵੋਲਟ ਹੈ। ਸਿਮਿਲਰਲੀ ਬੇਟਾ R ਇਕੁਇਵਲੈਂਟ ਕੀ ਹੋ ਜਾਊਗਾ, n × R ਹੋ ਜਾਊਗਾ। ਉਹ ਕੀ ਹੈ ਰਾਜੇ, n 3 ਹੈ, R ਆਪਾਂ ਨੂੰ ਸਾਰਿਆਂ ਦੇ ਵਿੱਚ 0.11 ਦਿੱਤਾ, ਤਾਂ ਆਪਣੇ ਕੋਲ ਦੋਨੋਂ ਵੈਲਿਊਜ਼ ਅਸੀਂ ਫਾਈਂਡ ਕਰ ਲਈਆਂ। ਨਾਓ ਸੈਕਿੰਡ ਐਗਜ਼ਾਮਪਲ, ਹੁਣ ਇਸ ਦੇ ਵਿੱਚ ਕੀ ਬੋਲ ਰਿਹਾ ਰਾਜੇ, ਕਹਿੰਦਾ ਕਿ 2 ਸੈਲਸ ਨੇ ਜਿਨ੍ਹਾਂ ਦਾ EMF ਕਿੰਨਾ ਬੇਟੇ, 1 ਔਰ 2। ਇਹਦਾ ਮਤਲਬ ਹੁਣ ਕੀ ਆ ਗਿਆ ਬੇਟੇ, ਅਨਆਇਡੈਂਟੀਕਲ ਸੈਲਸ ਆ ਗਏ। ਐਂਡ ਇੰਟਰਨਲ ਰੈਜ਼ਿਸਟੈਂਸ ਕੀ ਹੈ ਬੇਟੇ, ਇੱਕ ਦੀ 2 ਓਮ ਹੈ, ਇੱਕ ਦੀ 1 ਓਮ ਹੈ। ਕਨੈਕਟ ਕੀਤੇ ਗਏ ਨੇ ਸੀਰੀਜ਼ ਔਰ ਪੈਰਲਲ ਦੇ ਵਿੱਚ। ਤਾਂ ਆਪਾਂ ਫਾਈਂਡ ਕੀ ਕਰਨਾ, ਵਾਟ ਸ਼ੁੱਡ ਬੀ ਦ ਐਕਸਟਰਨਲ ਰੈਜ਼ਿਸਟੈਂਸ ਇਨ ਦ ਸਰਕਿਟ ਸੋ ਦੈਟ ਦ ਕਰੰਟ ਥਰੂ ਦ ਰੈਜ਼ਿਸਟੈਂਸ ਬੀ ਸੇਮ ਇਨ ਦ 2 ਕੇਸਿਸ। ਬੇਟੇ ਬਹੁਤ ਸਿੰਪਲ ਹੈ, ਆਪਾਂ ਨੂੰ ਦੱਸਤਾ ਕਿ ਸੀਰੀਜ਼ ਦੇ ਪੈਰਲਲ ਦੇ ਵਿੱਚ ਅਟੈਚ ਨੇ। ਉਸ ਤੋਂ ਬਾਅਦ ਉਸਨੇ ਦੱਸਤਾ ਕਿ ਫਾਈਂਡ ਕੀ ਕਰਨਾ ਹੈ, ਫਾਈਂਡ ਅਸੀਂ ਕਰਨੀ ਹੈ ਬੇਟੇ ਐਕਸਟਰਨਲ ਰੈਜ਼ਿਸਟੈਂਸ। ਕਦੋਂ, ਕਹਿੰਦਾ ਜਦੋਂ ਕੀ ਹੋਗਾ ਬੇਟੇ, ਦੋਨੋਂ ਕੇਸਿਸ ਦੇ ਵਿੱਚ ਕਰੰਟ ਦੀ ਵੈਲਿਊ ਸੇਮ ਹੋਗੀ। ਤਾਂ ਸਭ ਤੋਂ ਪਹਿਲਾਂ ਬੇਟੇ ਆਪਾਂ ਇਹਦਾ ਫਿਗਰ ਡਰਾ ਕਰਦੇ ਹਾਂ। ਤਾਂ ਆਪਾਂ ਕੀ ਕੀਤਾ ਬੇਟੇ, 2 ਸੈਲਸ ਸੀਗੇ ਜਿਨ੍ਹਾਂ ਦਾ ਇੰਟਰਨਲ ਰੈਜ਼ਿਸਟੈਂਸ ਐਜ਼ ਇਟ ਇਜ਼ ਐਵੇਂ ਵੀ ਸ਼ੋ ਕਰ ਸਕਦੇ ਹੋ ਜੇ। ਉਸ ਨੂੰ ਆਪਾਂ ਇੱਕ ਐਕਸਟਰਨਲ ਰੈਜ਼ਿਸਟੈਂਸ R ਦੇ ਥਰੂ ਕੰਬਾਈਨ ਕਰਤਾ, ਜੁਆਇਨ ਕਰਤਾ। I ਸਾਡਾ ਕਰੰਟ ਹੈ ਬੇਟੇ, ਫਲੋ ਕਰ ਰਿਹਾ। ਹੁਣ ਆਪਾਂ ਕਰਾਂਗੇ ਕੀ ਬੇਟੇ, ਸੀਰੀਜ਼ ਦੇ ਕੇਸ ਦੇ ਵਿੱਚ I ਦੀ ਵੈਲਿਊ ਫਾਈਂਡ ਕਰ ਲਾਂਗੇ, ਪੈਰਲਲ ਦੇ ਕੇਸ ਦੇ ਵਿੱਚ I ਦੀ ਵੈਲਿਊ ਫਾਈਂਡ ਕਰ ਲਾਂਗੇ। ਦੋਨੋਂ ਕੀ ਨੇ ਬੇਟੇ, ਆਪਾਂ ਨੂੰ ਦੱਸਿਆ ਹੋਇਆ ਕਿ ਸੇਮ ਹੋਣੇ ਚਾਹੀਦੇ ਨੇ। ਤਾਂ ਬੇਟੇ ਜਦੋਂ ਦੋਨਾਂ ਵੈਲਿਊਜ਼ ਨੂੰ ਤੁਸੀਂ ਇਕੁਅਲ ਕਰੋਗੇ ਤਾਂ ਉੱਥੋਂ ਸਾਡੇ ਕੋਲ ਕੀ ਵੈਲਿਊ ਆ ਜਾਊਗੀ, ਐਕਸਟਰਨਲ ਰੈਜ਼ਿਸਟੈਂਸ ਦੀ। ਪਹਿਲੇ ਵਾਲਾ ਅਰੇਂਜਮੈਂਟ ਸੀ ਬੇਟਾ ਸੀਰੀਜ਼ ਦੇ ਵਿੱਚ, ਹੁਣ ਅਸੀਂ ਇੱਥੇ ਕੀ ਕਰਤਾ ਰਾਜੇ, ਪੈਰਲਲ ਦੇ ਵਿੱਚ ਕਰਤਾ। ਠੀਕ ਹੈ ਜੀ। ਹੁਣ ਆਪਾਂ ਕੀ ਕਰਾਂਗੇ ਬੇਟੇ, ਦੋਨੋਂ ਕੇਸਿਸ ਦੇ ਵਿੱਚ ਆਪਾਂ ਵੈਲਿਊਜ਼ I ਦੀਆਂ ਫਾਈਂਡ ਆਊਟ ਕਰਾਂਗੇ। ਹੁਣ ਬੇਟਾ ਸੀਰੀਜ਼ ਕੰਬੀਨੇਸ਼ਨ ਹੈ, V = ਕੀ ਹੁੰਦਾ ਰਾਜੇ, IR ਹੁੰਦਾ, I = V/R ਹੁੰਦਾ। ਤਾਂ I = ਕੀ ਆ ਗਿਆ ਬੇਟੇ, V/R। V ਦਾ ਮਤਲਬ ਇੱਥੇ ਬੇਟਾ ਸਿੰਪਲ ਕਿ ਟੋਟਲ EMF ਅਪੋਨ ਟੋਟਲ ਰੈਜ਼ਿਸਟੈਂਸ ਫਾਈਂਡ ਆਊਟ ਕਰਨੀ ਹੈ, ਜਿਸ ਨੂੰ ਆਪਾਂ E ਇਕੁਇਵਲੈਂਟ ਵੀ ਬੋਲ ਸਕਦੇ, ਐਪਸਿਲਨ ਇਕੁਇਵਲੈਂਟ ਬੋਲ ਸਕਦੇ ਹਾਂ। ਤਾਂ ਉਹ ਕੀ ਆ ਗਿਆ ਬੇਟੇ, ਹੁਣ ਅਨਆਇਡੈਂਟੀਕਲ ਨੇ, ਉਸ ਦੇ ਵਿੱਚ ਕੀ ਸੀਗਾ ਬੇਟੇ, EMF ਇਕੁਇਵਲੈਂਟ ਕਿਸ ਦੇ ਇਕੁਅਲ ਹੋਊਗਾ, ਇੰਡੀਵਿਜੂਅਲ ਰੈਜ਼ਿਸਟੈਂਸ ਨੂੰ, ਸੌਰੀ EMF ਨੂੰ ਐਡ ਕਰ ਦਾਂਗੇ। ਸਿਮਿਲਰਲੀ ਇੰਟਰਨਲ ਰੈਜ਼ਿਸਟੈਂਸ ਵੀ ਕੀ ਸੀ ਬੇਟੇ, ਜਿੰਨੇ ਸਾਡੇ ਕੋਲ ਨੰਬਰ ਆਫ ਸੈਲਸ ਇੰਡੀਵਿਜੂਅਲ ਹੋਣਗੇ, ਮਤਲਬ ਨੰਬਰ ਆਫ ਸੈਲਸ ਜਿੰਨੇ ਹੋਣਗੇ ਉਹਨਾਂ ਸਾਰਿਆਂ ਦੀਆਂ ਇੰਟਰਨਲ ਰੈਜ਼ਿਸਟੈਂਸ ਨੂੰ ਐਡ ਕਰਕੇ ਸਾਡੇ ਕੋਲ R ਇਕੁਇਵਲੈਂਟ ਆਉਂਦਾ ਸੀ। ਤਾਂ ਬੇਟੇ ਐਪਸਿਲਨ 1 ਐਪਸਿਲਨ 2 ਸਾਨੂੰ ਦਿੱਤੇ ਹੋਏ ਨੇ ਰਾਜੇ, ਉਹਨਾਂ ਨੂੰ ਐਡ ਕਰਤਾ, ਇੰਟਰਨਲ ਆ ਗਈ। ਹੁਣ ਆਪਾਂ ਕਰਨਾ ਕੀ ਬੇਟੇ, ਟੋਟਲ ਫਾਈਂਡ ਆਊਟ ਕਰਨਾ। EMF ਤਾਂ ਸਾਡੇ ਕੋਲ ਟੋਟਲ ਆ ਗਿਆ, ਬਟ ਜਦੋਂ ਆਪਾਂ ਰੈਜ਼ਿਸਟੈਂਸ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਆਪਾਂ ਇੰਟਰਨਲ ਐਜ਼ ਵੈਲ ਐਜ਼ ਐਕਸਟਰਨਲ ਕਰਦੇ ਹਾਂ। ਐਕਸਟਰਨਲ ਸਾਡੇ ਕੋਲ ਦੋਨਾਂ ਕੇਸਿਸ ਦੇ ਵਿੱਚ R ਹੈ ਬੇਟੇ, R ਆ ਗਿਆ ਪਲੱਸ R ਇਕੁਇਵਲੈਂਟ ਆ ਗਿਆ। ਤਾਂ ਆਹ ਕੀ ਆ ਗਈ ਬੇਟੇ ਤੁਹਾਡੀ
टोटल रजिस्टेंस आ गई सर्किट की। तो बस फिर आई इक्वल्स टू वी बाई आर होंदा राजे, वैल्यू पुट करती तो अपने कोल आई दी वैल्यू आ गई सीरीज़ कॉम्बीनेशन दे विच। हुण आपां पैरेलल कॉम्बीनेशन दे विच आपां की कीता राजे, पैरेलल कॉम्बीनेशन दे विच अपने कोल ये फार्मूला हुंदा है बेटा, इन्हां फार्मूलाज नूं रिमैंबर कर लैणा तां ही तुसीं न्यूमैरिकल्स नूं सॉल्व कर सकदे हो। अगर तुहानूं राजे आपां पैरेलल कॉम्बीनेशन दे विच अपने कोल फार्मूला यही सीगा, सारियां वैल्यूज़ बेटे आपां नूं गिवन ने पुट करतियां, आर आ गया, ठीक है जी। फिर अगैन आपां एक्सटर्नल प्लस इंटरनल करता राजे, यही आ गया आई वी बाई आर है बेटे, इसनूं सॉल्व कर लो। इक्विवेलेंट दी 5/3 आई सी राजे, ये पुट करती आपां, ठीक है जी। इत्थे बेटे एलसीएम ले लो, इत्थे आ जाऊगा 3r + 2, आ 3 उपर चला जाऊगा बेटे, 3 नाल 3 कैंसल आउट होगा, उपर कला की रह जाऊगा 5। तो हुण बेटे I1 मतलब सीरीज़ के केस दे विच भी आ गया, पैरेलल दे विच भी। हुण आपां की करांगे, दोनों नूं बेटा इक्वल कर दांगे। हुण इत्थे आपां की कीता राजे, इक्विवेलेंट करता, ठीक है जी, इक्वल करता, क्योंकि आपां नूं कहा गया सीगा कि आई की है बेटे सेम है बोथ केसिस दे विच। बस फिर क्रॉस मल्टीप्लाई किया बेटे, सिंपलीफाई करके साडे कोल आर दी वैल्यू आ गई जो असीं फाइंड करनी सी। आर की सी साडा एक्सटर्नल रजिस्टेंस। नाउ बेटे नेक्स्ट न्यूमेरिकल, इन दिस न्यूमेरिकल बेटे 10 सैल्स गिवन ने जिन्हां दा EMF की है बेटे, हर एक दा EMF 2 वोल्ट है, इंटरनल रजिस्टेंस 0.01 ओम है, ज्वाइंड इन सीरीज़ है बेटे। प्रोवाइड अ सप्लाई ऑफ रजिस्टेंस जी आपां नूं सप्लाई की गई है थ्रू अ 10 ओम आई है। वॉट आर द करंट एंड वोल्टेज अक्रॉस द एक्सटर्नल रजिस्टेंस। बेटे हुण आपां की है, असी फाइंड करना है करंट ते वोल्टेज की वैल्यू नूं। हुण नंबर ऑफ सैल्स आपां नूं पता राजे, फस्ट केस दे विच अपने कोल सीरीज़ अपने कोल यह आई दा फार्मूला हुंदा राजे। एन आपां नूं 10 दिता होया राजे, एप्सिलॉन अपने कोल 2 वोल्ट है, आर दी वैल्यू आपां नूं दित्ती हुई है, स्मॉल आर दी वैल्यू इंटरनल रजिस्टेंस, कैपिटल आर दी 10 ओम है बेटे। पुट द वैल्यूज़ सॉल्व किया बेटे, साडे कोल इन्ना आ गया। हुण आपां फाइंड करना बेटे वोल्टेज V इक्वल्स टू आई आर, आई बेटे फाइंड आउट कर लिया, आर साडे कोल 10 ओम हैगा ही सीगा, वैल्यू पुट की आंसर आ गया। तो बेटे इन्ने ही ईजी न्यूमैरिकल्स ने, सिर्फ तुहानूं की लोड़ है फार्मूलाज नूं लर्न करन दी। नाउ नेक्स्ट राजे 3 सैल्स ने जिन्हां दा EMF की है बेटे डिफरेंट सानूं दिता होया, इंटरनल रजिस्टेंस दिते हुए ने, सारिਆਂ ਨੂੰ की कीता बेटे कनैक्ट किया सीरीज़ दे विच, और बैटरी है बेटे वो कनैक्ट है थ्रू अ रजिस्टर ऑफ 5 ओम। वॉट इज़ द सर्किट करंट, बेटे आई की वैल्यू फाइंड करनी है, ठीक है जी। आई की हुंदा राजे V बाई आर, वी साडे कोल हैगे ने राजे, आर भी हैगे ने, वैल्यूज़ पुट कर देंगे अपने कोल आंसर आ जाऊगा। तो बेटे सारे सीरीज़ दे विच ने, सीरीज़ वाला फार्मूला आपां कर लिया जी, एप्सिलॉन टोटल बेटे सारिਆਂ दा ऐड कर लिया, आर आपां नूं दिता होया है कैपिटल आर 5 दिता होया सी बेटे, इंटरनल रजिस्टेंस ने, सारिਆਂ नूं सॉल्व करता साडे कोल आंसर आ गया, बहुत ईजी सीगा। नैक्सट बैटरी है बेटे ऑफ 4 सैल्स ने, ईच रजिस्टेंस अपन 0.8 है, EMF 1.4 है बेटे, कनैक्टेड इन सीरीज़ एंड पैरेलल है। The terminals of battery are joined to lamp of resistance 10 ohm. Find the current through the lamp and cell in each case. बेटे सारा कुछ गिवन है, आप फाइंड की करना है करंट थ्रू लैंप। लैंप का मतलब बेटे जो एक्सटर्नल रजिस्टेंस दी हुई है उत्थे असीं लैंप लगाया जो साडा कैपिटल आ रहा है, उहदे थ्रू आप करंट की वैल्यू फाइंड करनी है, तो हर एक सैल दे विच फाइंड करना है। तो हुण बेटे आपां इहदे विच करना की है, सीरीज़ ते पैरेलल दे कोरसपोंडिंग बेटे दोनों दे करंट नूं फाइंड आउट कर लांगे, ठीक है जी। उहदे कोरसपोंडिंग अपने कोल लैंप की वैल्यू आ जाऊगी, लैंप के थ्रू जो भी करंट है। उस तो बाद जिन्ने साडे कोल सैल्स ने बेटे 4 ने, तो 4 नाल डिवाइड कर देंगे, हर एक सैल दा अपने कोल आ जाऊगा। हुण आपां फस्ट केस कीता बेटे सीरीज़ कॉम्बीनेशन दे विच, फार्मूला यही सी बेटे, सारियां वैल्यूज़ आपां नूं गिवन ने, पुट कीतियां, साडे कोल आई सीरीज़ की वैल्यू आ गई 0.424 MP। नाउ नैक्सट केस की है बेटे पैरेलल कॉम्बीनेशन का, पैरेलल दे विच आपां फार्मूला लगाया राजे दिस वन, वैल्यू फाइंड करती बेटे आई पैरेलल की। हुण बेटे इत्थे आके साडी सारी सैल्स कनैक्ट ने पैरेलल दे विच, इट मीनस जिहड़ा करंट होगा बेटे इक्वली डिस्ट्रीब्यूट होगा, तो यदा मतलब ये वाली वैल्यू नूं आपां 4 दे नाल डिवाइड करके बेटे आई सैल ईच सैल की साडे कोल वैल्यू आ जाऊगी, ठीक है जी। हुण नैक्सट की है राजे 2 एग्जैक्टली सेम सैल्स ने, आइडेंटिकल मीनस 1.5 वोल्ट है बेटे, पैरेलल दे विच ज्वाइन किए हुए ने विद 2 रजिस्टर 20 ओम। आ तो 2 सैल सी बेटे, इन्हां दे नाल पैरेलल दे विच साडे कोल 2 होर रजिस्टर ने जिन्हां दी रजिस्टेंस कितनी है बेटे 20 ओम।
A voltmeter reads the terminal voltage 1.3 वोल्ट है, वैल्यू गिवन है बेटे। इंटरनल रजिस्टेंस की वैल्यू ईच सैल दे विच आपां फाइंड आउट करनी है। सब तो पहला बेटे आपां सर्किट नूं ड्रॉ करांगे, ठीक है जी। तो हुण देखो दो सैल सी बेटे, दोनों का EMF आपां नूं गिवन सीगा, उस दे नाल दो होर रजिस्टर सी जिन्हां दी रजिस्टेंस 20 ओम सी बेटे, वो पैरेलल दे विच लगे हुए सी। टर्मिनल वोल्टेज 1.3 वोल्ट है। हुण आपां फाइंड करना सी बेटे इंटरनल रजिस्टेंस, ठीक है जी। उस दे लई हुण बेटा V हुंदा I इंटू R, आपां की करांगे I की वैल्यू फाइंड कर ली, R टोटल की इत्थे वैल्यू पुट कर देंगे। जो इत्थे वैल्यूज़ पुट करूँगे ना बेटे, वो इन टर्म्स स्मॉल r आउणगियां, तो उत्थों साडे कोल की हो जूगी बेटे, स्मॉल r की वैल्यू फाइंड आउट हो जूगी। हुण आपां सब तो पहला R टोटल कढ़िया। हुण दो रजिस्टेंस ने बेटे, दोनों की ने पैरेलल दे विच ने। अगर पैरेलल वाला फॉर्मूला याद होवे बेटे, R1 R2 अपॉन R1 प्लस R2 फॉर्मूला यूज़ किया बेटे, आंसर आ गया। हुण उस तो अगे की है बेटे, पैरेलल कॉम्बीनेशन दे विच जिहड़े सैल्स ने उन्हां दे थ्रू आपां आई पैरेलल फाइंड आउट करना है। तो आई पैरेलल फॉर्मूला यूज़ किया बेटे, ठीक है जी। M अपने कोल दिता होया राजे 2 सैल्स ने, एप्सिलॉन आपां नूं गिवन है, R एज इट इज़ आ गया, M अगैन 2 आ गया बेटे, R टोटल 10 आ गया, तो अपने कोल यही वैल्यू आ गई। हुण बेटे आई पैरेलल भी आ गया, R टोटल भी आ गया, इत्थे पुट कर दईए। जदों हुण इत्थे पुट कीता राजे, तो देखो आ भी इहदे विच की आ रहा सी राजे, स्मॉल r आ रहा सी। जदों बेटे इसनूं सिंपलीफाई करोगे तो तुहाडे कोल r की वैल्यू कितनी आ गई, 3.08 ओम। तो बेटे सिंपल इहो ਜਿਹੇ ही न्यूमेरिकल्स ने, बहुत ईजी कॉन्सैप्ट है। सिर्फ रिमैंबर करना है तुसीं फॉर्मूलाज नूं, और ये ध्यान रखना है कि जो सैल्स ने उस पैरेलल दे विच ने, सीरीज़ दे विच ने, आइडेंटिकल ने और अनआइडेंटिकल ने। बेटे अगर इन्नी चीज़ तुहानूं समझ आ गई तो तुहाडे सारे न्यूमेरिकल्स सॉल्व हो जाएंगे। तो बेटे अज लई इन्ना ही, मिलांगे नैक्सट लैक्चर दे विच। अगर तुहानूं ये लैक्चर अच्छा लग्या होवे, लाइक शेयर कमेंट ते सबसक्राइब करियो मेरे चैनल नूं।